ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ऑफिशियल। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਨਮਸਤੇ ਆਦਾਬ। ਸੋ ਬਹੁਤ ਦਿਨਾਂ ਤੋਂ ਜੋ ਸਟੂਡੈਂਟ ਸੀ ਉਹ ਕਹਿ ਰਹੇ ਸੀ ਕਿ ਨੈਬ ਤਹਿਸੀਲਦਾਰ ਦੀ ਡੇਟ ਆ ਚੁੱਕੀ, ਉਹਦੇ ਬਾਰੇ ਦੱਸ ਦਿਓ, ਇੰਨੇ ਦਿਨ ਰਹਿ ਗਏ। ਸੋ ਦੇਖੋ ਸਿੱਧੀ ਜੀ ਗੱਲ ਹੈ, ਇਹ ਸਿਰਫ ਉਹਨਾਂ ਵਾਸਤੇ ਵੀਡੀਓ ਜਿਹੜੇ ਪਹਿਲਾਂ ਤੋਂ ਪੜ੍ਹ ਰਹੇ ਆ। ਜੇਕਰ ਕੋਈ ਨੌ ਸਿੱਖੀ ਆ ਜਾਂ ਇਹ ਕਹ ਲਓ ਜਿਹੜਾ ਹੁਣ ਸਟਾਰਟ ਤਿਆਰੀ ਕਰ ਰਿਹਾ ਹੈਗਾ, ਉਹਦੇ ਵਾਸਤੇ ਇਹ ਵੀਡੀਓ ਨਹੀਂ ਹੈਗੀ। ਸੋ ਵੈਲਕਮ ਟੂ ਰੇਸ ਅਕੈਡਮੀ ऑफिशियल। ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ, ਨਾਲ ਦੱਬਿਆ ਕਰੋ ਬੈਲ ਆਈਕਨ। ਬਾਕੀ ਐਪਲੀਕੇਸ਼ਨ ਤੁਸੀਂ ਇੰਸਟਾਲ ਕਰਨੀ ਹੈ ਰੇਸ ਅਕੈਡਮੀ ऑफिशियल ਦੀ। 30 ਦਿਨਾਂ ਦਾ ਟਾਰਗੇਟ ਹੈ, ਉਹ ਮੰਨ ਕੇ ਚੱਲੋ ਕਿ 30 ਦਿਨ ਰਹਿ ਗਏ। ਹਾਲਾਂਕਿ ਇਸ ਤੋਂ ਵੱਧ ਦਿਨ ਰਹਿੰਦੇ ਆ। ਅੱਜ ਜਦੋਂ ਮੈਂ ਵੀਡੀਓ ਬਣਾ ਰਿਹਾ ਤਾਂ ਕਦੇ ਨਾ ਕਦੇ 30 ਦਿਨ ਵੀ ਰਹਿਣਗੇ। ਜੇਕਰ ਤੁਸੀਂ ਅੱਜ ਮੰਨ ਲਓਗੇ ਕਿ 30 ਦਿਨਾਂ ਬਾਅਦ ਪੇਪਰ ਹੈ ਤੁਹਾਡਾ, ਤਾਂ ਤੁਸੀਂ ਬਸ ਇਹ ਮੰਨ ਲਓ ਕਿ ਤੁਹਾਡੀ ਰਿਵੀਜ਼ਨ ਬਹੁਤ ਤਕੜੀ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਹੋ ਸਕਦੀ ਆ। ਪਰ ਰਿਵੀਜ਼ਨ ਦਾ ਮਤਲਬ ਉਹਨਾਂ ਲਈ ਹੈ ਜਿਹੜੇ ਪਹਿਲਾਂ ਤੋਂ ਪੜ੍ਹ ਰਹੇ ਆ। ਜੇਕਰ ਤੁਸੀਂ ਅੱਜ ਕਹੋ ਕਿ 30 ਦਿਨਾਂ ਜਾਂ 35 ਦਿਨਾਂ ਦੇ ਵਿੱਚ 40 ਦਿਨਾਂ ਦੇ ਵਿੱਚ ਤੁਸੀਂ ਨੈਬ ਤਹਿਸੀਲਦਾਰ ਪੇਪਰ ਦੀ ਤਿਆਰੀ ਕਰ ਲਓਗੇ, ਇਹ ਸੱਚਾਈ ਹੈ ਭਾਈ, ਨਹੀਂ ਹੋ ਸਕਦੀ। ਚਾਹੇ ਕੋਈ ਵੀ ਕ੍ਰੈਸ਼ ਕੋਰਸ ਆ, ਚਾਹੇ ਕੁਛ ਵੀ ਰਿਵੀਜ਼ਨ ਬੈਚ ਆ, ਮੇਰੇ ਅਕੋਰਡਿੰਗ ਤਾਂ ਨਹੀਂ ਹੋ ਸਕਦੀ। ਬਾਕੀ ਨਾ ਹੀ ਮੈਂ ਰਿਵੀਜ਼ਨ ਬੈਚ ਜਾਂ ਕ੍ਰੈਸ਼ ਕੋਰਸ ਇਸੇ ਕਰਕੇ ਚਲਾ ਰਿਹਾ, ਕਿਉਂਕਿ ਜੋ ਤਿਆਰੀ ਹੁੰਦੀ ਆ ਉਹਨੂੰ ਟਾਈਮ ਚਾਹੀਦਾ ਹੁੰਦਾ, ਐਂਡ ਉਹ ਟਾਈਮ ਘੱਟੋ ਘੱਟ 3-4 ਮਹੀਨਿਆਂ ਦਾ ਤਾਂ ਹੋਵੇ। ਜੇਕਰ ਤੁਸੀਂ ਅੱਜ ਦੇ ਕੰਪੀਟੀਸ਼ਨ ਨੂੰ ਕੰਪੀਟ ਕਰਨਾ ਹੈ, ਯਾਨੀ ਕਿ ਤੁਹਾਡਾ ਬੇਸ ਸਟਰੋਂਗ ਹੋਣਾ ਚਾਹੀਦਾ, ਯਾਨੀ ਕਿ ਤੁਹਾਨੂੰ ਪਹਿਲਾਂ ਤੋਂ ਬਹੁਤ ਕੁਝ ਆਉਣਾ ਚਾਹੀਦਾ, ਫਿਰ ਹੀ ਤੁਸੀਂ ਗਾਹਾਂ ਜਾ ਕੇ ਤਿਆਰੀ ਕਰ ਸਕਦੇ ਹੋ। ਰਾਈਟ ਹੈ। ਐਂਡ ਸਾਲ ਹੋ ਗਿਆ, ਸੋ ਇਹ ਕੋਈ ਲੇਮ ਐਕਸਕਿਊਜ਼ ਵੀ ਨਹੀਂ ਹੋਣਾ ਚਾਹੀਦਾ ਕਿ ਜੀ ਟਾਈਮ ਨਹੀਂ ਮਿਲਿਆ। ਸੋ ਟਾਈਮ ਤਾਂ ਬਥੇਰਾ ਮਿਲ ਗਿਆ। ਰਾਈਟ ਹੋ ਗਿਆ। ਚਲੋ ਖੈਰ, ਤਾਂ ਚੈਨਲ ਤੇ ਨਵੇਂ ਹੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਹੁਣ ਮੈਂ 30 ਦਿਨਾਂ ਦਾ ਟਾਰਗੇਟ ਲੈ ਕੇ ਆਇਆ, ਤੁਸੀਂ ਕੀ ਕੁਝ ਕਰ ਸਕਦੇ ਹੋ। ਹਾਲਾਂਕਿ ਇਹਦੇ ਵਿੱਚ ਨੈਬ ਤਹਿਸੀਲਦਾਰ ਦੀ ਇੱਕ ਟੈਸਟ ਸੀਰੀਜ਼ ਵੀ ਆ, ਇਹਦੇ ਬਾਰੇ ਵੀ ਮੈਂ ਦੱਸੂਗਾ ਕਿ ਤੁਸੀਂ ਕੀ ਤੇ ਕਿਵੇਂ ਕਰ ਸਕਦੇ ਹੋ। ਰਾਈਟ ਹੈ। ਬਹੁਤ ਸਿੰਪਲ ਜੀ ਗੱਲ ਆ, ਜਿਵੇਂ ਤੁਹਾਨੂੰ ਮੈਂ ਗੱਲ ਦੱਸੀ ਆ ਕਿ ਭਾਈ ਜੇਕਰ ਤੁਸੀਂ 30 ਦਿਨਾਂ ਦਾ ਟਾਰਗੇਟ ਲੈ ਕੇ ਚੱਲੋਗੇ ਤਾਂ ਹੀ ਟੈਸਟ ਦੀ ਯਾਨੀ ਕਿ ਤੁਸੀਂ ਇਸ ਦੀ ਰਿਵੀਜ਼ਨ ਕਰ ਸਕਦੇ ਹੋ, ਜਾਂ ਤੁਸੀਂ ਜਿਵੇਂ ਕਹਿ ਲਓ ਵੀ ਇੱਕ MCQ ਯਾਨੀ ਕਿ ਜਿਹੜੇ ਪ੍ਰੈਕਟਿਸ ਕਰ ਸਕਦੇ ਹੋ। ਰਾਈਟ ਹੈ। ਹੁਣ ਸੋਰਸ ਕੀ ਹੋਣੇ ਚਾਹੀਦੇ ਇਸ ਟਾਈਮ ਤੇ, ਸੋਰਸ ਕੀ ਹੋਣੇ ਚਾਹੀਦੇ ਆ। ਪਹਿਲੀ ਗੱਲ ਤਾਂ ਸੋਰਸ ਕੋਈ ਵੀ ਨਵਾਂ ਨਾ ਛੇੜਿਓ। ਥਿਓਰੈਟੀਕਲ ਪੋਰਸ਼ਨ ਦਾ ਕਹਿ ਰਿਹਾ ਮੈਂ। ਰਾਈਟ ਹੈ। ਥਿਓਰੈਟੀਕਲ ਪੋਰਸ਼ਨ ਦਾ ਕੋਈ ਵੀ ਥਿਊਰੀ ਹੈ ਜਿੱਥੋਂ ਤੁਸੀਂ ਪਹਿਲਾਂ ਪੜ੍ਹੀ ਹੈ, ਚਾਹੇ ਮੇਰੇ ਤੋਂ ਪੜ੍ਹੀ ਹੈ, ਚਾਹੇ ਕਿਸੇ ਹੋਰ ਤੋਂ ਪੜ੍ਹੀ ਹੈ, ਚਾਹੇ ਗਾਹਾਂ ਕਿਸੇ ਹੋਰ ਤੋਂ ਪੜ੍ਹੀ ਹੈ, ਚਾਹੇ ਤੁਸੀਂ ਆਪ ਪੜ੍ਹ ਰਹੇ ਹੋ, ਥਿਊਰੀ ਵਾਲਾ ਜੋ ਮਟੀਰੀਅਲ ਆ ਜਿਹੜਾ ਤੁਹਾਡੇ ਕੋਲ ਪਿਆ, ਕੋਈ ਵੀ ਨਵੀਂ ਬੁੱਕ ਹੁਣ ਲੈਣ ਦੀ ਕੋਈ ਲੋੜ ਨਹੀਂ ਹੈਗੀ। ਯਾਨੀ ਜੋ ਕਿਤਾਬ ਤੁਹਾਡੇ ਕੋਲੇ ਪਈ ਆ ਉਹ ਪਈ ਆ। MCQ ਪਹਿਲੀ ਗੱਲ ਤਾਂ ਜੇ ਤੁਹਾਡੇ ਕੋਲੇ ਕੋਈ ਵੀ MCQ ਦੀ ਬੁੱਕ ਵੀ ਪਈ ਆ, ਯਾਨੀ ਜਿਹਦੇ ਵਿੱਚ ਮੰਨ ਲਓ 5000 6000 7000 ਕੁਐਸਚਨ ਹੈਗਾ, ਪ੍ਰੀਵੀਅਸ ਈਅਰ ਕਹਿ ਲਓ, ਨਵਾਂ ਕਹਿ ਲਓ, ਐਕਸਪੈਕਟਡ ਕਹਿ ਲਓ, ਇੰਪੋਰਟੈਂਟ ਕਹਿ ਲਓ, ਤਾਂ ਵੀ ਤੁਹਾਨੂੰ ਕੋਈ ਹੋਰ ਬੁੱਕ ਲੈਣ ਦੀ ਲੋੜ ਨਹੀਂ ਹੈਗੀ। ਯਾਨੀ ਵਾਰ-ਵਾਰ ਇਹਨਾਂ ਨੂੰ ਹੀ ਰਿਵਾਈਜ਼ ਕਰੋ। ਦੇਖੋ ਸਿੱਧੀ ਜੀ ਗੱਲ ਹੈ, ਸਿਲੈਕਸ਼ਨ ਉਹਨਾਂ ਦੀ ਹੁੰਦੀ ਹੈ ਜਿਹੜਾ ਆਪਣਾ ਮਟੀਰੀਅਲ ਬਹੁਤ ਅਥੈਂਟਿਕ ਤੇ ਬਹੁਤ ਘੱਟ ਰੱਖਦੇ ਆ। ਬਹੁਤ ਸਾਰੀ ਕਿਤਾਬਾਂ ਇਕੱਠੀਆਂ ਕਰਕੇ ਰੱਖ ਲਓਗੇ ਪਰ ਕੋਈ ਫਾਇਦਾ ਉਹਦਾ ਕੋਈ ਵੀ ਨਹੀਂ। ਰਾਈਟ ਹੈ। ਯਾਨੀ ਕੰਪਲੀਟ ਕੋਈ ਵੀ ਨਹੀਂ ਹੋਣੀ। ਸੋ ਕੰਪਲੀਟ ਕਰੋ ਤੇ 100% ਤੁਹਾਨੂੰ ਕਿਸੇ ਕਿਤਾਬ 'ਚ ਨਹੀਂ ਮਿਲੂਗਾ। ਯਾਨੀ ਜੇਕਰ ਤੁਸੀਂ ਆਹ MCQ ਦੀ ਜੋ ਵੀ ਤੁਹਾਡੇ ਕੋਲ ਬੁੱਕ ਪਈ ਆ, ਮੈਨੂੰ ਨਹੀਂ ਪਤਾ ਕਿਹੜੀ ਪਈ ਆ, ਕੋਈ ਵੀ ਪਈ ਆ, ਜੇਕਰ ਉਹ ਅਥੈਂਟਿਕ ਹੈ ਐਂਡ ਵਧੀਆ, ਤਾਂ ਤੁਸੀਂ ਐਂ ਮੰਨ ਲਓ ਵੀ 90 ਤੋਂ ਲੈ ਕੇ 95% ਤੁਹਾਡੇ ਵਾਸਤੇ ਉਹ ਬੁੱਕ ਕਾਰਗਰ ਰਹੂਗੀ। ਰਾਈਟ। 5-10% ਰਹਿੰਦਾ ਹੀ ਰਹਿੰਦਾ। ਉਵੇਂ ਬੁੱਕ ਕੋਈ ਵੀ ਐਂ ਤਾਂ ਕਹਿ ਲਓ, ਮੈਂ ਵੀ ਕਿਤਾਬਾਂ ਬਥੇਰੀਆਂ ਬਣਾਉਣਾ, ਉਹ 100% ਕਦੇ ਨਹੀਂ ਡਾਟਾ ਉਹਦੇ ਵਿੱਚ ਪੈਂਦਾ, ਕਿਉਂਕਿ ਬਹੁਤ ਮੋਟੀ ਕਿਤਾਬ ਬਣ ਜੂ, ਜਾਂ ਐਂ ਕਹਿ ਲਓ ਵੀ ਕਿਤਾਬ ਕਦੇ ਖਤਮ ਨਹੀਂ ਹੋ ਸਕਦੀ। ਸੋ ਜਦੋਂ ਵੀ ਕੋਈ ਕਿਤਾਬ ਬਣਾਉਂਦਾ ਉਹਨੂੰ ਬੜਾ ਕੰਪਰੋਮਾਈਜ਼ ਕਰਕੇ ਕਿਤਾਬ ਬਣਾਉਣੀ ਪੈਂਦੀ ਹੈ। ਰਾਈਟ ਹੋ ਗਿਆ। ਸੋ ਸੋਰਸ ਯਾਨੀ ਕਿ ਪਹਿਲਾਂ ਤਾਂ ਚੇਂਜ ਨਹੀਂ ਕਰਨਾ। ਰਾਈਟ ਹੈ। ਚਾਹੇ ਥਿਊਰੀ ਦੀ ਹੈ, ਚਾਹੇ MCQ ਦੀ ਆ, ਪਰ ਹਾਂ ਮੈਂ ਥਿਓਰੈਟੀਕਲ ਪੋਰਸ਼ਨ ਤਾਂ 100% ਕੋਈ ਤੁਹਾਨੂੰ ਚੇਂਜ ਨਹੀਂ ਕਰਨਾ ਚਾਹੀਦਾ। MCQ ਦੀ ਜੇਕਰ ਤੁਸੀਂ ਮੰਨ ਲਓ ਆਲਰੇਡੀ ਕਿਸੇ ਬੁੱਕ ਤੋਂ ਪੜ੍ਹ ਰਹੇ ਹੋ, ਤਾਂ ਨਾਲ ਤੁਸੀਂ ਕਿਸੇ ਹੋਰ ਬੁੱਕ ਨੂੰ ਰਿਕਮੈਂਡ ਕਰ ਸਕਦੇ ਹੋ। ਰਾਈਟ ਹੋ ਗਿਆ। ਨਹੀਂ ਕੀਤੀ ਪੂਰੀ MCQ ਦੀ ਬੁੱਕ ਬਹੁਤ ਵਧੀਆ, ਤਾਂ ਉਸ ਨੂੰ ਵਾਰ-ਵਾਰ ਰਿਪੀਟ ਕਰੋ। ਸੋਰਸ ਤੁਹਾਡਾ ਘੱਟ ਹੋਣਾ ਚਾਹੀਦਾ, ਬਸ ਉਸੇ ਦੀ ਰੈਪੀਟੇਸ਼ਨ 10 11 12 15 20 ਜਿੰਨੇ ਵਾਰੀ ਕਰ ਸਕੋ ਉਨਾ ਘੱਟ ਹੈ। ਰਾਈਟ ਹੋ ਗਿਆ। ਚਲੋ ਖੈਰ, ਇਹ ਤੁਹਾਡੀ ਗੱਲ ਹੋ ਗਈ ਸੋਰਸ ਦੀ। ਇਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਤਾਂ ਹੋਰ ਕੀ ਹੋ ਸਕਦਾ ਹੈਗਾ, ਕਰੰਟ ਅਫੇਅਰਸ। ਰਾਈਟ ਹੈ। ਕਰੰਟ ਅਫੇਅਰਸ ਦੇ ਤੁਸੀਂ ਲਾਸਟ 6 ਮਹੀਨਿਆਂ ਦੇ ਬਸ। ਰਾਈਟ ਹੈ। ਹੁਣ ਪੇਪਰ ਦੇ ਵਿੱਚ ਹੋ ਸਕਦਾ ਪਿਛਲੇ ਸਾਲ ਦੇ ਵੀ ਆ ਜਾਣ। ਜੇ ਤਾਂ ਤੁਸੀਂ ਰੈਗੂਲਰ ਕਰ ਰਹੇ ਹੋ ਤਾਂ ਪਿਛਲੇ ਸਾਲ ਦੇ ਵੀ ਹੋ ਜਾਣਗੇ। ਜੇ ਰੈਗੂਲਰ ਨਹੀਂ ਤਾਂ ਬਸ ਲਾਸਟ 6 ਮਹੀਨੇ ਯਾਨੀ ਕਿ 6 ਮਹੀਨੇ ਦੇ ਕਰ ਲਓ, ਬਹੁਤ ਵਧੀਆ। ਰਾਈਟ। ਜੇਕਰ 6 ਮਹੀਨੇ ਦੇ ਕੰਪਲੀਟ ਹੋ ਗਏ ਨੇ ਤਾਂ ਥੋੜਾ ਬਹੁਤ 1-2 ਮਹੀਨੇ ਪਿੱਛੇ ਵੀ ਚਲੇ ਜਾਓ, ਯਾਨੀ ਲਾਸਟ 7 to 8 ਮੰਥ ਤੁਸੀਂ ਲੈ ਜਾ ਸਕਦੇ ਹੋ। ਰਾਈਟ। ਸੋ ਕਰੰਟ ਅਫੇਅਰ ਜਿੱਥੋਂ ਵੀ ਕਰ ਰਹੇ ਹੋ ਉਹਨੂੰ ਵੀ ਚੇਂਜ ਕਰਨ ਦੀ ਲੋੜ ਨਹੀਂ ਹੈਗੀ। ਅਗਰ ਤੁਸੀਂ ਕਿਸੇ ਖਾਸ ਇੰਸਟੀਚਿਊਟ ਦੇ ਮੈਗਜ਼ੀਨ ਨੂੰ ਫੋਲੋ ਕਰ ਰਹੇ ਹੋ ਤਾਂ ਉਹ ਹੀ ਕਰਨਾਗਾ, ਬਸ ਉਹਨੂੰ ਵਾਰ-ਵਾਰ ਰਿਪੀਟ ਕਰੋ। ਜ਼ਿਆਦਾ ਕਰੰਟ ਅਫੇਅਰ ਇਕੱਠੇ ਕਰੋਗੇ, ਜਿਹੜੇ ਆਉਂਦੇ ਆ ਉਹ ਵੀ ਭੁੱਲ ਜਾਓਗੇ, ਤੇ ਜ਼ਿਆਦਾ ਇਕੱਠਿਆਂ ਦੇ ਵਿੱਚ ਭੁਚਾਲ ਵੀ ਪੈ ਜਾਊਗਾ, ਕਨਫਿਊਜ਼ ਜ਼ਿਆਦਾ ਹੋਵੋਗੇ। ਰਾਈਟ। ਯਾਨੀ ਜੋ ਤੁਹਾਡਾ ਸੋਰਸ ਪਿਆ ਹੁਣ ਤੱਕ ਉਸੇ ਨੂੰ ਵਾਰ-ਵਾਰ ਰਿਪੀਟ ਕਰੋ। ਇਹ ਹੋ ਗਿਆ ਲਾਸਟ 6 ਮੰਥ ਦੀ।
ਹੁਣ ਪ੍ਰੈਕਟਿਸ ਕਿਵੇਂ ਕਰਨੀ ਹੈ? ਪ੍ਰੈਕਟਿਸ ਵਾਸਤੇ ਤੁਹਾਨੂੰ ਮੈਂ ਜਿਹੜੀ ਕਹੂੰਗਾ ਵੀ ਇਹਦੇ ਵਾਸਤੇ ਟੈਕਨੀਕਾਂ ਜਿਹੜੀਆਂ ਹੁਣ ਐਂਡ ਵਾਲੇ ਜਿਵੇਂ ਕਹਿੰਦੇ ਹੁੰਦੇ ਨਾ ਵੀ 4000 ਮੀਟਰ ਦੀ ਮੰਨ ਲਓ ਰੇਸ ਆ ਤਾਂ ਬੰਦਾ 3600 ਮੀਟਰ ਤੱਕ ਹੌਲੀ ਹੌਲੀ ਜਾਂਦਾ ਗਾ, ਆਖਰੀ 400 ਮੀਟਰ ਜਿਹੜਾ ਹੁੰਦਾ ਉਹ ਫਿਰ ਪੂਰੀ ਤੇਜ਼ ਭੱਜਦਾ, ਰਾਈਟ। ਤਾਂ ਹੁਣ ਆਖਰੀ 400 ਮੀਟਰ ਵਾਲਾ ਗਾ ਯਾਨੀ ਆਖਰੀ ਮਹੀਨਾ ਗਾ, ਇਹਦੇ ਵਿੱਚ ਤੁਸੀਂ ਆਪਣੀ ਪ੍ਰੈਕਟਿਸ ਨੂੰ ਕਿਵੇਂ ਬੂਸਟ ਕਰ ਸਕਦੇ ਹੋ? ਕਿਸੇ ਵੀ ਇੰਸਟੀਚਿਊਟ ਦੀ ਜਾਂ ਤਾਂ ਟੈਸਟ ਸੀਰੀਜ਼ ਤੇ ਜਾਂ ਤੁਹਾਡੇ ਆਪਣੇ ਕੋਲੇ MCQ ਬਹੁਤ ਪਏ ਹੋਣ ਪ੍ਰੈਕਟਿਸ ਸੈੱਟ, ਚਾਹੇ ਉਹ PPSC ਦੇ ਪ੍ਰੀਵੀਅਸ ਪੇਪਰ ਹੋ ਸਕਦੇ ਆ, ਚਾਹੇ ਉਹ ਕੋਈ ਆਫਲਾਈਨ ਪੇਪਰ ਹੋ ਸਕਦੇ ਆ, ਉਹ ਜਿਵੇਂ ਮਰਜ਼ੀ, ਯਾਨੀ ਕਿ ਪ੍ਰੈਕਟਿਸ ਟੈਸਟ ਸੀਰੀਜ਼ ਇਹ ਤੁਸੀਂ ਕਰਨੀ ਹੀ ਕਰਨੀ ਹੈ ਤੇ ਕਰਨੀ ਵੀ ਕਿਸੇ ਇੱਕ ਇੰਸਟੀਚਿਊਟ ਦੀ ਨਹੀਂ, ਰਾਈਟ ਹੈ। ਯਾਨੀ ਇਹ ਮੈਂ ਕਹੂੰਗਾ, ਰਿਕਮੈਂਡ ਕਰੂੰਗਾ ਤੁਸੀਂ 2 ਤੋਂ 3 ਕਿਸੇ ਇੰਸਟੀਚਿਊਟ ਦੀ ਟੈਸਟ ਸੀਰੀਜ਼ ਲੈ ਸਕਦੇ ਹੋ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਆ ਜੇਕਰ ਆਪਾਂ ਇੱਕ ਇੰਸਟੀਚਿਊਟ ਦੀ ਟੈਸਟ ਸੀਰੀਜ਼ ਲੈਂਦੇ ਆ ਨਾ ਤਾਂ ਉਹਦਾ ਕਾਰਨ ਕੀ ਆ ਕਿ ਕਈ ਵਾਰੀ ਕਿਸੇ ਇੰਸਟੀਚਿਊਟ ਦੀ ਟੈਸਟ ਸੀਰੀਜ਼ ਸੌਖੀ ਹੋ ਸਕਦੀ ਹੈ ਜਾਂ ਉਹਨਾਂ ਦਾ ਕੋਈ ਆਪਣਾ ਪੈਟਰਨ ਹੋ ਸਕਦਾ। ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਮੈਂ ਟੈਸਟ ਸੀਰੀਜ਼ ਲਾਂਚ ਕਰ ਰਿਹਾ ਤਾਂ ਮੈਂ ਆਪਣੇ ਮਾਈਂਡ ਤੋਂ ਟੈਸਟ ਬਣਾ ਰਿਹਾ, ਰਾਈਟ ਆ, ਜਾਂ ਉਹਦੇ ਵਿੱਚ 2-3 ਮਾਈਂਡ ਲੱਗੇ ਹੋਏ ਐਂ ਕਹਿ ਲਓ, ਰਾਈਟ। ਯਾਨੀ ਉਹਨਾਂ ਦਾ ਆਪਣਾ ਇੱਕ ਪੈਟਰਨ ਹੋਊਗਾ। ਹੋ ਸਕਦਾ ਤੁਹਾਨੂੰ 2 ਪੇਪਰ 3 ਪੇਪਰ 4 ਪੇਪਰਾਂ ਬਾਅਦ ਉਹ ਪੈਟਰਨ ਸਮਝ ਲੱਗ ਜੇ, ਤੁਹਾਡੇ ਨੰਬਰ ਹੋਏ ਲੱਗ ਜਾਣ, ਪਰ ਪੇਪਰ ਦੇ ਵਿੱਚ ਪੈਟਰਨ ਥੋੜਾ ਜਿਹਾ ਘੁਮਾ ਕੇ ਆ ਜੇ, ਰਾਈਟ। ਜਦੋਂ ਤੁਸੀਂ 2-3 ਇੰਸਟੀਚਿਊਟ ਦੀ ਟੈਸਟ ਸੀਰੀਜ਼ ਜੁਆਇਨ ਕਰੋਗੇ ਉਹਦੇ ਨਾਲ ਫਰਕ ਕੀ ਪਊਗਾ ਕਿ 2-3 ਮਾਈਂਡ ਹੋ ਗਏ। ਈਵਨ ਕਿ ਜੇਕਰ ਇੱਕ ਟੈਸਟ ਨੂੰ 3 ਜਾਂ 4 ਜਣੇ ਬਣਾ ਰਹੇ ਆ ਤਾਂ ਗੁਣਾ ਕਰ ਲਓ ਕਿੰਨੇ ਮਾਈਂਡ ਹੋ ਗਏ, ਯਾਨੀ ਉਹਨਾਂ ਦਾ ਮਾਈਂਡ ਸੈੱਟ ਆ ਜਿਹੜਾ। ਤਾਂ ਜਦੋਂ ਤੁਸੀਂ ਐਵੇਂ 2-3 ਇੱਕ ਯਾਨੀ ਜਿਵੇਂ ਕਹਿੰਦੇ ਨੇ ਵੈਰਾਈਟੀ ਦੇਖ ਲਈ ਤਾਂ ਉਸ ਵੈਰਾਈਟੀ ਦੇ ਨਾਲ ਬਹੁਤ ਸਾਰਾ ਪੇਪਰ ਆ ਜਿਹੜਾ ਉਹ ਤੁਹਾਨੂੰ ਇੱਕ ਤਰੀਕੇ ਦਾ ਐਸਾ ਮਿਲ ਜੂਗਾ ਵੀ ਤੁਸੀਂ ਪੇਪਰ ਐਕਚੁਅਲ ਪੇਪਰ ਦੇ ਵਿੱਚ ਜਾਓਗੇ ਤਾਂ 70 ਤੋਂ 80% ਤੁਹਾਨੂੰ ਐਜ਼ ਇਟ ਇਜ਼ ਮਿਲ ਜਾਣਾ ਡੇਟਾ, ਤੇ 70-80% ਐਜ਼ ਇਟ ਇਜ਼ ਪੇਪਰ ਦੇ ਵਿੱਚ ਮਿਲ ਜਾਣਾ ਇਹ ਬਹੁਤ ਵੱਡੀ ਗੱਲ ਹੈ। ਐਂਡ ਸਿਲੈਕਸ਼ਨ ਉਹਨਾਂ ਦੀ ਹੀ ਹੁੰਦੀ ਹੈ ਜਿਨ੍ਹਾਂ ਨੂੰ 70 ਤੇ 80% ਤੇ ਪੂਰਾ ਯਕੀਨ ਹੁੰਦਾ ਤੇ 100% ਐਕੂਰੇਸੀ ਦੇ ਨਾਲ ਕਰਕੇ ਆਉਂਦੇ ਆ। ਐਂਡ ਜਿਹੜਾ ਬਾਕੀ 20 ਜਾਂ 30% ਬਚਿਆ ਹੁੰਦਾ ਉਹ ਆਪਣੇ ਮਾਈਂਡ ਦੇ ਨਾਲ ਖੇਡਦੇ ਆ, ਪੜ੍ਹਿਆ ਵੀ ਹੁੰਦਾ ਪ੍ਰੋਪਰ ਤਰੀਕੇ ਦੇ ਨਾਲ, ਰਾਈਟ। ਯਾਨੀ ਮੈਂ ਇਹ ਮੰਨਦਾ ਕਿ ਜੇਕਰ ਤੁਸੀਂ 2-3 ਇੰਸਟੀਚਿਊਟ ਦੇ ਟੈਸਟ ਸੀਰੀਜ਼ ਲਗਾ ਲੈਂਦੇ ਹੋ ਤਾਂ ਉਹਦੇ ਨਾਲ ਬਹੁਤ ਸਾਰੇ ਮਾਈਂਡ ਇਕੱਠੇ ਹੋ ਜਾਂਦੇ ਆ ਐਂਡ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਇੱਕ ਮਾਈਂਡ ਪੱਕਾ ਹੋਊਗਾ ਜਿਹੜਾ ਐਗਜ਼ਾਮੀਨਰ ਐਕਚੁਅਲ ਪੇਪਰ ਪਾਊਗਾ ਐਂਡ ਜਿਹਦਾ ਵੀ ਅੜ ਗਿਆ ਬਸ ਉਹ ਤੁਹਾਡਾ ਪੇਪਰ ਸਿਲੈਕਸ਼ਨ ਕਰਾ ਸਕਦਾ ਹੈ, ਰਾਈਟ ਹੋ ਗਿਆ। ਸੋ ਇਹ ਬੜੀਆਂ ਪ੍ਰੈਕਟੀਕਲ ਗੱਲਾਂ ਗੀਆਂ, ਕੋਈ ਮੈਂ ਹਵਾ ਦੇ ਵਿੱਚ ਨਹੀਂ ਕਰਨਾ ਇਹ ਗੱਲਾਂ ਕਿ 30 ਦਿਨਾਂ ਦੇ ਵਿੱਚ ਜੀ ਆਹ ਕੋਈ ਤੀਰ ਮਾਰ ਲਓ ਤੇ ਪੇਪਰ ਤੁਹਾਡਾ ਕਰੈਕ ਹੋ ਜਾਣਾ। ਤੁਸੀਂ ਬਹੁਤ ਟਾਈਮ ਤੋਂ ਤਿਆਰੀ ਕਰ ਰਹੇ ਹੋ, ਬਹੁਤ ਟਾਈਮ ਤੋਂ ਪ੍ਰੈਕਟਿਸ ਕਰ ਰਹੇ ਹੋ, ਬਸ ਲਾਸਟ ਜਿਹੜਾ ਮਹੀਨਾ ਗਾ ਇਹ ਉਹੀ ਆ ਜਿਹੜਾ ਮਿਲਖਾ ਸਿੰਘ ਕਹਿੰਦਾ ਹੁੰਦਾ ਵੀ ਹੁਣ ਇਹ ਆਖਰੀ ਦੌੜ ਵਾਂਗੂ ਭੱਜਣਾ ਗਾ, ਰਾਈਟ ਹੋ ਗਿਆ। ਸੋ ਕਰੰਟ ਅਫੇਅਰ ਚਾਹੇ ਤੁਹਾਡਾ ਕਰੰਟ ਅਫੇਅਰ ਤੋਂ ਇਲਾਵਾ ਯਾਨੀ ਬਾਕੀ ਸਬਜੈਕਟ ਹੈ, ਬਸ ਤੁਸੀਂ ਆਪਣੀ ਕਿਤਾਬਾਂ ਚੇਂਜ ਨਹੀਂ ਕਰਨੀਆਂ, ਰਾਈਟ ਹੈ। ਬਸ ਥਿਓਰੈਟੀਕਲ ਪੋਰਸ਼ਨ ਉਹੀ ਰੱਖਣਾ, ਬਾਕੀ ਕਰੰਟ ਅਫੇਅਰ 6 ਮੰਥ ਦੇ, ਰਾਈਟ ਹੈ। ਯਾਨੀ ਜੋ ਮੈਗਜ਼ੀਨ ਤੋਂ ਤੁਸੀਂ ਕਰ ਰਹੇ ਹੋ, ਠੀਕ ਹੈ। ਜੇ ਤੁਸੀਂ ਆਲਰੇਡੀ ਹਾਂ ਹੁਣ ਇੱਕ ਚੀਜ਼ ਹੋਰ ਹੈ, ਜੇ ਤੁਸੀਂ ਮੰਨ ਲਓ ਆਲਰੇਡੀ ਕਰ ਚੁੱਕੇ ਹੋ ਕਿਉਂਕਿ ਪੇਪਰ ਨੂੰ ਤਾਂ 1.5 ਸਾਲ ਹੋ ਗਏ ਨਾ, ਸੋ ਹੋ ਸਕਦਾ ਤੁਸੀਂ ਬਹੁਤ ਸਾਰਾ ਸੋਰਸ ਹੈ ਜਿਹੜਾ ਉਹ ਵਾਰ-ਵਾਰ ਰਿਪੀਟ ਕਰ ਲਿਆ ਹੋਵੇ। ਜੇ ਤੁਹਾਨੂੰ ਇਹ ਲੱਗਦਾ ਕਿ ਜਿਹੜੀ ਤੁਹਾਡੇ ਕੋਲੇ ਬੁੱਕ ਪਈ ਆ ਉਹਦੇ ਵਿੱਚੋਂ 90% ਤੁਸੀਂ ਸਹੀ ਕਰ ਸਕਦੇ ਹੋ, ਜੇ ਤਾਂ ਨਹੀਂ ਫਿਰ ਕੋਈ ਬੁੱਕ ਹੋਰ ਲੈਣ ਦੀ ਲੋੜ ਨਹੀਂ। ਜੇ ਤੁਹਾਨੂੰ ਲੱਗਦਾ ਤੁਹਾਡੇ ਕੋਲੇ ਜੋ ਬੁੱਕ ਪਈ ਆ ਉਹਦੇ ਵਿੱਚੋਂ ਮੈਂ 90% ਕੁਐਸਚਨ ਸਹੀ ਕਰਦਾ ਯਾਨੀ ਮੇਰਾ ਤਾਂ ਹੁਣ ਪੂਰਾ ਮੈਂ ਅੱਖਾਂ ਮੀਚ ਕੇ ਵੀ ਆਨਸਰ ਲਾ ਦੂੰਗਾ, ਦੈਨ ਤੁਸੀਂ ਕਿਸੇ ਹੋਰ MCQ ਬੁੱਕ ਵੱਲ ਜਾ ਸਕਦੇ ਹੋ। ਪਰ ਯਕੀਨ ਮੰਨੋ ਕਿ ਸਿਰਫ MCQ ਥਿਓਰੈਟੀਕਲ ਪੋਰਸ਼ਨ ਬਹੁਤ ਲੰਮਾ ਟਾਈਮ ਲੈਂਦਾ ਐਂਡ ਉਹ ਕਨਫਿਊਜ਼ ਕਰੂਗਾ ਇਸ ਟਾਈਮ ਤੇ। ਜੇਕਰ ਤੁਸੀਂ 60 ਤੋਂ 70% ਵੀ ਥਿਊਰੀ ਪੜ੍ਹ ਰੱਖੀ ਆ ਬਸ ਹੋ ਗਿਆ, ਜਿੰਨਾ ਪੜ੍ਹਨਾ ਸੀ ਪੜ੍ਹ ਲਿਆ। MCQ ਕਰੋ, ਜਿੰਨਾ MCQ ਹੋ ਸਕਦਾ ਉਨਾ ਹੀ ਵਧੀਆ ਰਹੂਗਾ ਕਿਉਂਕਿ ਜ਼ਿਆਦਾਤਰ ਥਿਓਰੈਟੀਕਲ ਪੋਰਸ਼ਨ ਤੁਸੀਂ MCQ ਤੋਂ ਵੀ ਕਵਰ ਕਰ ਸਕਦੇ ਹੋ। ਥਿਊਰੀ ਤਾਂ ਤੁਸੀਂ ਸਾਰੀ ਉਮਰ ਪੜ੍ਹੀ ਚਲੋ ਕਦੇ ਪੂਰੀ ਨਹੀਂ ਹੋ ਸਕਦੀ, ਰਾਈਟ ਹੋਗਾ। ਸੋ ਜਿੰਨੇ MCQ ਲਗਾ ਸਕਦੇ ਹੋ। ਸੋ ਮੈਂ ਸੋਰਸ ਦੀ ਗੱਲ ਕਰਤੀ, ਕਰੰਟ ਅਫੇਅਰ ਦੀ ਗੱਲ ਕਰਤੀ, ਪ੍ਰੈਕਟਿਸ ਟੈਸਟ ਸੀਰੀਜ਼ ਦੀ ਗੱਲ ਕਰਤੀ। ਹੁਣ ਕਿਹੜੇ ਇੰਸਟੀਚਿਊਟ ਦੀ ਮੈਨੂੰ ਬਾਕੀ ਇੰਸਟੀਚਿਊਟਾਂ ਦਾ ਨਹੀਂ ਪਤਾ, ਪਰ ਮੈਂ ਤੁਹਾਨੂੰ ਇੱਕ ਚੀਜ਼ ਦੱਸਣ ਲੱਗਿਆ, ਧਿਆਨ ਦੇ ਨਾਲ ਸੁਣਿਓ। ਜੇਕਰ ਮੈਂ ਆਹ ਆਪਣੀ ਐਪਲੀਕੇਸ਼ਨ ਹੈ, ਵੈਬਸਾਈਟ ਹੈ, ਯਾਨੀ ਇੱਥੇ ਤੁਸੀਂ ਖੋਲ ਸਕਦੇ ਹੋ, ਐਪਲੀਕੇਸ਼ਨ ਤੁਸੀਂ ਇੰਸਟਾਲ ਕਰ ਸਕਦੇ ਹੋ। ਮੈਂ ਤੁਹਾਨੂੰ ਦੱਸ ਦਿੰਦਾ ਕਿਵੇਂ ਕਰੋਗੇ। ਪਹਿਲਾਂ ਮੈਂ ਇੱਕ ਚੀਜ਼ ਦਿਖਾਉਣਾ, ਰਾਈਟ ਹੈ। ਜਿਵੇਂ ਨਾਇਬ ਤਹਿਸੀਲਦਾਰ ਦਾ ਪ੍ਰੈਕਟਿਸ MCQ ਦਾ ਬੈਚ ਪਿਆ, ਰਾਈਟ ਹੈ, ਨਾਇਬ ਤਹਿਸੀਲਦਾਰ ਦਾ। ਸੋ ਇਹਦੇ ਵਿੱਚ ਕੰਟੈਂਟ ਕੀ ਹੈ? ਹੁਣ ਪਹਿਲਾਂ ਤਾਂ ਧਿਆਨ ਦੇ ਨਾਲ ਗੱਲ ਸੁਣੋ ਕਿ ਇਹ ਬੈਚ ਆ ਜਿਹੜਾ ਪੁਰਾਣਾ ਗਾ, ਰਾਈਟ ਹੈ। ਇਹ ਮੈਂ ਇੱਕ ਵਾਰੀ ਵਿੱਚ ਦੀ ਬੰਦ ਕਰਤਾ ਸੀ, ਕਾਰਨ ਕੀ ਸੀਗਾ ਕਿ ਪੇਪਰ ਤੁਹਾਨੂੰ ਪਤਾ ਪੋਸਟਪੋਨ ਹੋ ਗਿਆ ਸੀ, ਬਾਕੀ ਮੈਂ ਖੁਦ ਬਿਜ਼ੀ ਹੋ ਗਿਆ ਸੀ, ਰਾਈਟ ਹੋ ਗਿਆ। ਹੁਣ ਮੈਂ ਇਹਦੇ ਵਿੱਚ ਜਿਹੜੀ ਤੁਹਾਨੂੰ ਚੀਜ਼ ਦੱਸਣ ਲੱਗਾਂਗਾ ਪਹਿਲਾਂ ਤਾਂ ਪੁਰਾਣੇ ਸਟੂਡੈਂਟ ਵਾਸਤੇ, ਜਿਹੜੇ ਇਹਦੇ ਵਿੱਚ 올ਡ ਸਟੂਡੈਂਟ ਆ ਉਹਨਾਂ ਕਈਆਂ ਦੀ ਵੈਲਿਡਿਟੀ ਖਤਮ ਹੋਣ ਵਾਲੀ ਹੈ, ਰਾਈਟ ਹੈ। ਸੋ ਤੁਹਾਨੂੰ ਇਹ ਦੁਬਾਰਾ ਪਰਚੇਜ਼ ਕਰਨ ਦੀ ਲੋੜ ਨਹੀਂ ਹੈਗੀ। ਤੁਹਾਡੀ ਵੈਲਿਡਿਟੀ ਹੈ ਜਿਹੜੀ ਮੈਂ ਉਹ ਇਨਕਰੀਜ਼ ਕਰ ਰਿਹਾ ਤੁਹਾਡੇ ਪੇਪਰ ਤੱਕ। 22 ਮਈ ਨੂੰ ਪੇਪਰ ਹੈ, ਤੁਹਾਡੇ ਪੇਪਰ ਤੱਕ ਇਹਦੀ ਵੈਲਿਡਿਟੀ ਹੈ ਜਿਹੜੀ ਇਨਕਰੀਜ਼ ਹੋਣ ਵਾਲੀ ਹੈ। ਯਾਨੀ ਤੁਸੀਂ ਇਹ ਪਰਚੇਜ਼ ਨਹੀਂ ਕਰਨਾ ਜੇਕਰ ਉੱਥੇ ਬਾਏ ਨਾਓ ਦੀ ਆਪਸ਼ਨ ਆ ਵੀ ਰਹੀ ਹੈ। ਤੁਸੀਂ ਪਹਿਲਾਂ ਜੇਕਰ 올ਡ ਸਟੂਡੈਂਟ ਹੋ ਤੁਸੀਂ ਆਪਣੇ ਆਪ ਐਡ ਹੋ ਜਾਓਗੇ, ਉਹ ਮੈਂ ਬੈਕ ਐਂਡ ਤੋਂ ਕਰਵਾ ਦੂੰਗਾ, ਰਾਈਟ ਹੋ ਗਿਆ।
एक तो चीज़ ये होगी। हुण जिहड़े नवे आ उन्होंने मैं ये चीज़ दिखावां कि तुसीं ध्यान नाल देखोगे। ऑल PDF ये तो चलो स्टैटिक GK करंट अफेयर है, राइट है, हिस्टरी MCQ है, ये वीडियोज़ है, पॉलिटी MCQ है, जियोग्राफी MCQ है, MIQ सैशन है, साइंस एंड टैक हो गया, करंट अफेयर हो गए, स्टैटिक GK हो गया, पॉलिटी इंपॉर्टेंट टॉपिक्स हो गए, हिस्टरी इंपॉर्टेंट टॉपिक्स हो गए। यानी कुछ ये मैं डेटा पा रखा अपने तरीके दे नाल। पर जो ये हुण नवां ऐड होना है, जिन्हां ने ये करना कर सकते हो, पर जो ये नवां ऐड होना एवें जिवें मॉक टेस्ट भी पे है, वो होणगे मॉक टेस्ट, फुल मॉक टेस्ट। आह मॉक टेस्ट सैक्शन वाइज है, मिनी मॉक टेस्ट है, राइट। जिवें इंडियन पॉलिटी के 200 क्वेश्चन हो गया, पॉलिटी का मिनी मॉक टेस्ट है, हिस्टरी के 200 क्वेश्चन है, फंडामेंटल राइट से है, PPS नायब तहसीलदार, राइट हो गया। इस तरीके मिनी मॉक टेस्ट 1, फंडामेंटल राइट का टेस्ट दूसरा, ये तो हो गया मिनी मॉक टेस्ट। एक फुल मॉक टेस्ट भी है, फुल मॉक टेस्ट वाला एंड वाला पिया आ मॉक टेस्ट। जिवें कोऑपरेटिव इंस्पैक्टर, क्योंकि सिलेबस सेम ही है, कोऑपरेटिव इंस्पैक्टर नायब तहसीलदार का पहला, दूसरा, फिर तीसरा। तो हुण ये ऐड होणगे। हुण किन्ने ऐड होणगे, 30 दिनों के आपां किन्ने करांगे, ये बारे में सारा चर्चा करूँगा। सो MCQ यानी नायब तहसीलदार प्रैक्टिस MCQ का तुसीं बैच लै सकते हो। यानी ये प्रैक्टिस MCQ का मैं इसका नाम चेंज कर दूंगा, हो सकता टेस्ट सीरीज रखदा, ताकि पता लग जाए कि नायब तहसीलदार की टेस्ट सीरीज है, राइट है। सो ये बारे मैं तुहानूं चर्चा करूँगा। तो एक चीज़ होर, जे तुसीं बुक लेना चाहुंदे हो तां, क्योंकि मैनूं पता कि कईयां कोले MCQ की बुक होनी नहीं, एंड उन्होंने कमेंट करके पूछना कि असीं MCQ की बुक किहड़ी लईए। आह बुक मैं बहुत टाइम तो लॉन्च की हुई है, तीसरा स्लॉट भी आ चुका, राइट है। बहुत सारे स्टूडेंट इसकी वेट कर रहे थे। सो कहने का मतलब की है कि यह PCS प्रीलिम्स, नायब तहसीलदार, कोऑपरेटिव इंस्पैक्टर, पंचायत सैकटरीएट, ऑल अदर कंपीटेटिव एग्जाम वास्ते बनाई गई है। 4700 प्लस ये क्वेश्चन है, 2 ये किताबां हैं, एक वॉल्यूम 1 है, एक वॉल्यूम 2 है। यदि ओवरव्यू की वीडियो नीचे पई होगी, राइट है। टॉपिक ये हिस्टरी हो गया, पॉलिटी हो गया, जियोग्राफी हो गया, इकोनॉमी है, फिजिक्स, केमिस्ट्री, बायो, मिसलेनियस की आ गया, बायोडाइवर्सिटी आ गया, इकोनॉमिक डिवेलपमेंट आ गई, इन्वायरमेंट आ गया, इन्वायरमेंट इकोलॉजी, पॉपुलेशन है, पॉवर्टी है, सोशल सैक्टर, अर्बेनाइजेशन है, मिक्सड है, तो उस तो बाद कुछ प्रैक्टिस क्वेश्चन है, राइट है। तो यह जो बुक हैगी है, ये क्वेश्चन आंसर विद एक्सप्लेनेशन, एंड यकीन मनो एक्सप्लेनेशन पर जोर लगाना है, एक्सप्लेनेशन पर जोर लगाना, क्योंकि जो एक्सप्लेनेशन ये पाई गई है, हो सकता किसी क्वेश्चन के ए की थां ते B ऑप्शन आना हो, पर एक्सप्लेनेशन पढ़ोगे सारा कुछ तुहानूं एक्यूरेट, सारा कुछ तुहानूं सही मिलूगा, राइट। एक्सप्लेनेशन बहुत पढ़नी जरूरी है, इसे करके एक्सप्लेनेशन नाल पाई है, राइट। सो एक कला टॉपिक है, यानी ये की मिसिंग है तुहानूं मैं दस दिना। करंट अफेयर मिसिंग है, करंट अफेयर नहीं है, एंड पंजाब GK ये नहीं हैगी, बाकी सारा पोर्शन है। हुण करंट अफेयर के अपने मैगजीन भी आउंदे, मैगजीन हुण मैं इत्थे लाउणा भुल गया, तुसीं मैगजीन अपने टैलीग्राम ग्रुप आ उहनूं यानी ज्वाइन कर लो, उत्थे मैं मैगजीन पाउंदा रहना, जिहड़ा लेटेस्ट मैगजीन उत्थे मैं अपलोड किया होया, वो PDF डाउनलोड करो, प्रिंट कढाओ। करंट अफेयर तुसीं कर सकते हो, पिछले 6 महीनों के मैगजीन तुहानूं मिल जाएंगे। तुसीं मैनूं कंटैक्ट कर सकते हो, जेकर लेना चाहुंदे भी हो तो 79 86 90 65 66 तुसीं इत्थे मैसेज भी कर सकते हो, राइट। तो आह जिहड़ी बुक है तुहानूं मैं वैसे दिखा देना, 2 वॉल्यूम है, राइट। आह तुहाडी बुक है, इस तरीके के 2 वॉल्यूम आउणगे। हालांकि मैं ये बुक की ओवरव्यू बहुत बार पा चुका, ठीक है। तुसीं ये बुक तुहाडे घर तक पहुँच जूगी। ये वास्ते भी जेकर तुसीं कुछ करना चाहुंदे हो तो ऑब्वियस गल है, इस ते नंबर ते मैसेज कर दो। ये उन्हां चीज़ां यानी कि जिन्हां ने बुक लैनी है। हुण मैं टेस्ट सीरीज़ की गल कर लग्या कि आपां टेस्ट सीरीज़ नूं किवें करना गा, राइट है। जिहड़ी मैं प्रैक्टिस MCQ की गल की है, फील द एक्चुअल पेपर। हुण किवें देखो ध्यान दे नाल, रहिंदे तुहाडे भाई हैगे 30 दिन, राइट है। आपां ये मानते हैं कि 30 दिन पे, हालांकि इस तो ज़्यादा पे। मेरी जिहड़ी कोशिश है वो की है कि एक दिन छड्ड के तुहाडा पेपर होगा, यानी 40 दिन भी मनो तो फिर भी 20 पेपर बनते हैं। यानी मेरा मनना यह है कि जेकर तुसीं पेपर तो पहला 20 मॉक टेस्ट लगा गए, जेकर तुसीं पेपर तो पहला 20 मॉक टेस्ट लगा गए, तो तुसीं ये मनो कि 50 to 60% एक तो थ्योरी कंप्लीट होगी, तो जिहड़ा पेपर है तुहाडा वो 70 to 80% इहदे विचों आ सकता है। मैं फिर कहना कि एग्जामिनर के माइंड अलग अलग है। मैं जदों भी पेपर पाउणा, हर पेपर दे विच एक्सपैरीमेंट, एंड ये पेपर होणगे टफ, यानी तुसीं ऐ मनो भी मॉडरेट टू डिफिकल्ट लैवल होगा। ईजी भी पाऊंगा, मैं नहीं कहना कोई सारे डिफिकल्टी पाऊंगा, ईजी भी पाऊंगा। आपां एग्जामिनर के माइंड नूं समझना, तो वह समझा किवें जा सकता, बहुत सारे पेपरों का एनालिसिस करके। एंड वो काम की मेरा, मैं तो एनालिसिस करते रहना, बहुत सारे मैं पेपर है जो सॉल्व करवाता रहना, तुम यूट्यूब पर देखोगे जेकर, राइट। सो कहने का मतलब की है कि जेकर तुम 20 मॉक टेस्ट लगा ले, तो ऑबवियस गल है कि 50 to 60% थरैटिकल पोर्शन कवर होगा, तो प्लस 70 to 80% हो सकता पेपर के आ जाए, राइट। पर फिर मैं कहूँगा कि जेकर तुम इस दे नाल
कोई भी प्रैक्टिस MCQ बुक लगाओगे तो थोड़ा ज़्यादा फायदा। सिर्फ 20 मॉक टेस्ट करके जेकर नायब तहसीलदार लगना हो तो फिर पढ़न की लोड़ नहीं, सिर्फ आही लगा के तुसीं लग सकते सी, राइट है। सो यह मॉक टेस्ट का फायदा तां ही है जेकर तुसीं ऑलरेडी पहला थ्योरी बहुत वधिया पढ़ रखी आ, प्लस प्रैक्टिस MCQ की कोई भी बुक तुसीं प्रिपेयर कर रहे हो। बस इन्नी गल है। मैं कोई भी इत्थे तुहानूं एक ऐसी हाईलाइट नहीं करना चाहता कि जेकर तुसीं ये मॉक टेस्ट ना कीते तो पेपर क्लीयर नहीं होना, जां जेकर तुसीं मॉक टेस्ट ला ले तो पेपर क्लीयर हो जाऊगा। एवें नहीं हो सकता। 70 तो 80% तां ही मिलूगा जेकर तुसीं थ्योरी प्लस प्रैक्टिस MCQ आप कर रखी होगी। मैं इत्थे कोई मार्केटिंग नहीं करना है, कुछ भी तुहानूं ऐसी हल्लाशेरी नहीं देना है जिहदी यानी कह कह लो भी बिना फालतू दी, है ना। सो जो एक्चुअल है वही एक्चुअल है, पेपर पाऊंगा वो भी एक्चुअल होगा, ਉਹਦੇ ਵਿੱਚ भी कोई आई नहीं होगा कि ਤੁਹਾਨੂੰ मोटिवेट करने ਪਿੱਛੇ मैं पेपर ऐसा पाता बड़ा सौखा जब इतने नंबर आ गए तो एक्चुअल पेपर च ना आउण। इत्थे आपां उवें ही खेडना जिवें एक्चुअल पेपर नाल खेडना, तां कि एक्चुअल पेपर दे विच जाके आपां उस प्रैशर नूं हैंडल कर सकीए ते सारा कुछ इस चीज़ नूं समझ सकीए। सो इस कोर्स की फीस भी तुहानूं मैं दस दिना क्योंकि मैं चेंज नहीं करनी, 999 यानी ये काफ़ी सारिया वीडियोज़ भी ऐड होणगियां। मैं इस कोर्स में बंद करता सी, मैं जिवें दस रहा तुहानूं, तो ये हुण प्रैक्टिस MCQ एंड हाँ यूट्यूब पर जो टनाटन सीरीज़ चल रही है वो PPSC वास्ते है। मैनूं पता तुहानूं नाम बड़ा यूनीक जिहा लगूगा जिहड़े नवे स्टूडेंट होणगे, पर वो सीरीज़ लगा के देखो, बहुत सोहणे MCQ, बहुत ही डिटेल दे विच एंड बहुत ही वधिया। यानी कि तुहानूं ऐ मान लो भी जिवें आपां पटवारी तो पहले मैं स्टार्ट कीता सी या एक्साइज तो पहले मैं स्टार्ट कीता सी, यानी पिछले साल जिवें मैं रिवीजन कराई सी, तुसीं ऐ मान लो भी हुण 30 दिनों के मैं उवें रिवीजन करनी आ। बहुत फास्ट मैं मैगा सैशन भी लैके आऊँगा, कुछ ना कुछ रिवीजन भी करवाउंदा रहूँगा यूट्यूब पर, एंड इस सैशन के टैसट सीरीज़ ऐड होगी। हुण एक टैसट ऐड कदों तो होण लगना ये भी तुहानूं मैं दस दिना, संडे मॉक टेस्ट, यानी संडे तो ये अज फ्राइडे है, संडे तो ऐड होण लग जाना। एंड संडे मॉक टेस्ट वैसे भी मैं फ्री रखता हूँ, राइट है। संडे मॉक टेस्ट सारे वास्ते फ्री होंदा गा। सो संडे नूं तुहाडा टेस्ट इहदे विच अपलोड हो जाना। जिहड़े यानी कि अटैम्प्ट करना चाहुंदे उन्हां वास्ते पहलां भी 3 पेपर पे आ, हालांकि वो पहलां भी पाए होए कुछ सिलेबस के अकॉर्डिंग, राइट। सो हुण फुल मॉक टेस्ट आउणगे, संडे तो ऐड होण लग जाने, फिर उस तो बाद ट्यूसडे है, फिर उस तो बाद थर्सडे है, ठीक है, फिर तुहाडा आ जाऊगा मान लो सैटरडे, राइट। उस तो बाद फिर यानी मंडे आ जाऊगा, यानी संडे तो आप स्टार्ट करांगे, फिर एक एक दिन छड्ड के मैं ऐड करता जाऊँगा। टोटल टारगेट अपने हैगा 20 मॉक टेस्ट का, टाइम मिले तो आप 20 तो 25 भी कर सकते हैं, राइट है। फिलहाल 20 मॉक टेस्ट है जिहड़े वो आप रेडी करांगे एंड इस तरीके नाल करांगे ताकि आप एग्जामिनर के माइंड में समझ सकीए एंड प्रॉपर तरीके दे नाल सारा कुछ कर सकीए। बाकी हाँ जेकर बुक ऑर्डर करना चाहुंदे हो, जे तुहानूं लगदा कि तुहानूं बुक की नीड हैगी आ तो 4 तो 5 दिनों के आ जाऊगी। इस नंबर पर मैसेज कर दो 79 86 90 65 66, इत्थे तुहानूं डिटेल आ जाऊगी। नहीं टैलीग्राम ग्रुप है, टैलीग्राम ग्रुप ज्वाइन कर सकते हो, लिंक भी तुहानूं डिस्क्रिप्शन में मिल जूगा। नहीं एप्लीकेशन इंस्टॉल करो, राइट। एप्लीकेशन तुहानूं मैं दिखा देना, एप्लीकेशन करो इंस्टॉल, राइट। रेस अकैडमी ऑफिशियल, राइट। एप्लीकेशन इंस्टॉल कर लो तो ओपन करो इनू, राइट। जे तुहाडे कोले आईफोन है भाई, ठीक है, तो आईफोन वास्ते क्लास प्लस इंस्टॉल करो, क्लास प्लस इंस्टॉल कर लेनी। उस तो बाद एक ऑर्गेनाइजेशन कोड है MHWIH, ये ऑर्गेनाइजेशन कोड है, ये फिल कर दो, ਤੁਹਾਡਾ ਐਪਲੀਕੇਸ਼ਨ ਜਿਹੜੀ ਹੈਗੀ ਰਨ ਹੋ ਜੂਗੀ, ठीक है। सो किताबां मंगाउणियां किताबां मंगाओ, ਜਿਹੜੀ किताबां ਤੁਹਾਡੀਆਂ ਉਹਦੇ ਕੋਲੇ पढ़ो, टैस्ट सीरीज ज्वाइन करो, बहुत बेहतरीन टैस्ट मिलणगे ਤੁਹਾਨੂੰ, ਇਹ मैं गारंटी दे सकदा गा। बहुत वधिया क्वेश्चन होणगे, राइट। एंड तसल्ली हो जानी है, ਤੁਹਾਡੇ सिलेबस की रिवीजन भी हो जानी है एंड प्रैक्टिस भी हो जानी है एंड बल्ले बल्ले हो जानी है। बाकी दौड़ है क्योंकि पोस्टां घट होंदियां, कैंडीडेट ज़्यादा होंदे, इस दौड़ दे विच भज्जना जरूरी है, जित हार तां बनी रहती है, राइट। सो थैंक यू वेरी मच, बाय बाय, टेक केयर। आप होर नवीं वीडियोज़ नाल मिलदे रहांगे इसे तरीके दे नाल। थैंक यू वेरी मच, बाबा नानक मेहर करे।